ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕੁਲਬੀਰ ਸਿੰਘ ਜੀ ਕੌੜਾ ਜੀ ਦੀ ਰਚਨਾ ਤੇ ਸਿੱਖ ਵੀ ਨਿਕਲਿਆ ਗਿਆ। ਭਾਗ 31ਵਾਂ। ਸਿੱਖਾਂ ਨਾਲ ਤਾਂ ਤੇਲੀ ਦੇ ਬੌਲਦ ਵਾਲੀ ਗੱਲ ਹੋਈ। ਇੱਕ ਵਾਰ ਇੱਕ ਜੱਟ ਦਾ ਬੌਲਦ ਤੇ ਤੇਲੀ ਦਾ ਬੌਲਦ ਭਿੜ ਪਏ। ਦੋਵੇਂ ਕਿੰਨਾ ਚਿਰ ਭਿੜਦੇ ਰਹੇ ਤੇ ਲਹੂ ਲੁਹਾਨ ਹੋ ਗਏ। ਤੇਲੀ ਦੇ ਬੌਲਦ ਦਾ ਸਿੰਘ ਜੱਟ ਦੇ ਬੌਲਦ ਦੇ ਕਿਤੇ ਥਾਂ ਕੋ ਥਾਂ ਵੱਜ ਗਿਆ ਤੇ ਜੱਟ ਦਾ ਬੌਲਦ ਮਰ ਗਿਆ। ਸਾਰਾ ਪਿੰਡ ਜੱਟਾਂ ਦਾ ਸੀ। ਤੇਲੀ ਵਿਚਾਰੇ ਦਾ ਇੱਕੋ ਘਰ ਸੀ ਤੇ ਜਿਵੇਂ ਕਹਾਵਤ ਮਸ਼ਹੂਰ ਹੈ, ਜੱਟ ਜੱਟਾਂ ਦੇ ਫਗੂਕੀ ਦਾ ਵਾਂਗ ਪੰਚਾਇਤ ਨੇ ਵੀ ਹੀ ਤਾਂ ਜੱਟ ਦੀ ਹੀ ਰਈ ਕਰਨੀ ਸੀ। ਜੱਟ ਨੇ ਪੰਚਾਇਤ ਇਕੱਠੀ ਕੀਤੀ ਤੇ ਪੰਚਾਇਤ ਅੱਗੇ ਕੇਸ ਪੇਸ਼ ਕੀਤਾ ਕਿ ਤੇਲੀ ਦੇ ਬੌਲਦ ਨੇ ਜੱਟ ਦਾ ਬੌਲਦ ਮਾਰ ਦਿੱਤਾ, ਨਿਆਂ ਕੀਤਾ ਜਾਵੇ। ਤੇਲੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਹਜੂਰ, ਚੱਲਦਾ ਕੋਹਲੂ ਬੰਦ ਕਰਕੇ ਮੈਂ ਆਪਣਾ ਬੌਲਦ ਕੋਹਲੂ ਨਾਲ ਹੀ ਬੰਨ੍ਹ ਦਿੱਤਾ ਸੀ। ਮੇਰਾ ਬੌਲਦ ਤਾਂ ਸਵੇਰ ਦਾ ਕੋਹਲੂ ਖਿੱਚਦਾ ਥੱਕਿਆ ਰਿਹਾ ਪੈੜ ਵਿੱਚ ਹੀ ਬੈਠਾ ਸੀ ਕਿ ਸਰਦਾਰ ਹੋਰਾਂ ਦਾ ਬੌਲਦ ਪਤਾ ਨਹੀਂ ਕਿੱਥੋਂ ਆ ਗਿਆ ਤੇ ਮੇਰੇ ਬੈਠੇ ਬੌਲਦ ਨੂੰ ਢੁੱਡਾ ਮਾਰਨ ਲੱਗ ਪਿਆ। ਡੰਗਰ ਸੀ, ਮੇਰਾ ਬੌਲਦ ਵੀ ਉੱਠ ਕੇ ਭਿੜਨ ਲੱਗ ਪਿਆ ਤੇ ਭਿੜਦੇ ਭਿੜਦੇ ਰੱਸਾ ਟੁੱਟ ਗਿਆ। ਇਸ ਤਰ੍ਹਾਂ ਸਾਰੇ ਪਿੰਡ ਦੇ ਸਾਹਮਣੇ ਦੋਵੇਂ ਬੌਲਦ ਭਿੜਦੇ ਰਹੇ ਤੇ ਲੋਕ ਤਮਾਸ਼ਾ ਵੇਖਦੇ ਰਹੇ। ਮੈਂ ਤੇ ਸਗੋਂ ਆਪਣੇ ਬੌਲਦ ਨੂੰ ਮਾਰ ਮਾਰ ਕੇ ਛਪਰੀ ਨੂੰ ਠੁੰਮਣਾ ਦੇਣ ਵਾਲਾ ਵਾਂਸ ਵੀ ਤੋੜ ਲਿਆ ਹੈ। ਇਹਦੇ ਵਿੱਚ ਹਜੂਰ ਮੇਰਾ ਕੀ ਕਸੂਰ ਹੈ? ਪੰਚਾਇਤ ਨੂੰ ਲੱਗਾ ਕਿ ਤੇਲੀ ਸੱਚਾ ਹੈ। ਪੰਗਾ ਦਾ ਸਗੋਂ ਜੱਟ ਦੇ ਬੌਲਦ ਨੇ ਆ ਕੇ ਲਿਆ ਸੀ। ਇਹ ਤਾਂ ਇਸੇ ਤਰ੍ਹਾਂ ਦਾ ਹੀ ਕੇਸ ਹੈ ਜਿਵੇਂ ਕੋਈ ਕਿਸੇ ਨੂੰ ਕਤਲ ਕਰਨ ਦੇ ਇਰਾਦੇ ਨਾਲ ਕਿਸੇ ਦੇ ਘਰ ਜਾ ਵੜੇ ਤੇ ਆਪ ਮਾਰਿਆ ਜਾਵੇ। ਪਰ ਮਦਦ ਤਾਂ ਆਪਾਂ ਜੱਟ ਦੀ ਹੀ ਕਰਨੀ ਹੈ। ਹੁਣ ਕੀ ਕੀਤਾ ਜਾਵੇ? ਕਿਸੇ ਨੇ ਸਲਾਹ ਦਿੱਤੀ ਕਿ ਲਾਲ ਕਿਤਾਬ ਮੰਗਵਾ ਕੇ ਵੇਖੋ, ਉਹਦੇ ਵਿੱਚ ਪਹਿਲਾਂ ਦੇ ਹੋ ਚੁੱਕੇ ਇਹੋ ਜਿਹੇ ਕੇਸਾਂ ਦਾ ਵੇਰਵਾ ਦਰਜ ਹੈ। ਲਾਲ ਕਿਤਾਬ ਮੰਗਵਾ ਕੇ ਪੜ੍ਹੀ ਗਈ ਤੇ ਪੰਚਾਇਤ ਨੇ ਫੈਸਲਾ ਦੇ ਦਿੱਤਾ। ਅਖੇ ਲਾਲ ਕਿਤਾਬ ਬਖਾਨਿਓਂ ਤੇਲੀ ਬਲਦ ਪਿੜਾਇਆ ਕਿਉਂ? ਖਲ ਖੁਆਏ ਕੀਆ ਮੁਸ਼ਟੰਡ, ਬੌਲਦ ਵਟੇ ਬੌਲਦ ਦੇਵੇ ਤੇਲੀ ਜੱਟ ਨੂੰ ਤੇ ਨਾਲ 100 ਰੁਪਈਆ ਦੰਡ। ਪਹਿਲੀ ਗੱਲ ਤਾਂ ਇਹ ਸੀ ਕਿ ਤੇਲੀ ਰੂਪੀ ਸਿੱਖ ਨੇ ਭਾਰਤ ਰੂਪੀ ਜੱਟ ਦੇ ਬੌਲਦ ਨਾਲ ਬੌਲਦ ਨਹੀਂ ਸੀ ਪੜਾਇਆ, ਸਗੋਂ ਭਾਰਤ ਰੂਪੀ ਜੱਟ ਦੇ ਬੌਲਦ ਨੇ ਸਿੱਖਾਂ ਦਾ ਅਕਾਲ ਤਖਤ ਢਾਇਆ। ਸਿੱਖ ਬੀਬੀਆਂ ਨਾਲ ਬਲਾਤਕਾਰ ਕੀਤੇ ਤੇ ਸਿੱਖਾਂ ਦੀ ਨਸਲ ਕੁਸ਼ੀ ਕੀਤੀ। ਜਿਵੇਂ ਉਲਟਾ ਤੇਲੀ ਤੇ ਇਲਜ਼ਾਮ ਲਾ ਦਿੱਤਾ ਗਿਆ ਸੀ ਕਿ ਇਹਦਾ ਇਹ ਕਸੂਰ ਹੈ ਕਿ ਇਸ ਨੇ ਖਲ ਖੁਆ ਖੁਆ ਕੇ ਇਹਨੂੰ ਤਕੜਾ ਅਤੇ ਮੁਸ਼ਟੰਡਾ ਬਣਾ ਦਿੱਤਾ। ਇਸੇ ਤਰ੍ਹਾਂ ਹੀ ਖਾੜਕੂਆਂ ਨੂੰ ਰੋਟੀ ਖਵਾਉਣ ਵਾਲਿਆਂ ਨੂੰ ਫੜ ਲੈਂਦੇ ਸਨ ਕਿ ਉਹਨਾਂ ਨੂੰ ਰੋਟੀ ਪਾਣੀ ਦੀਆਂ ਸਹੂਲਤਾਂ ਦੇ ਕੇ ਭਾਰਤ ਸਰਕਾਰ ਵਿਰੁੱਧ ਲੜਨ ਲਈ ਮਦਦ ਕਰਦੇ ਹੋ। ਟਾਡਾ ਐਕਟ ਦੀ ਧਾਰਾ 3/4 ਇਹੋ ਹੀ ਸੀ ਜਿਹੜੀ ਵਿਚਾਰੇ ਸਿੱਖ ਰੂਪੀ ਤੇਲੀ ਤੇ ਲੱਗੀ ਤੇ ਇਹਦੇ ਵਿੱਚ ਉਹਨੂੰ ਦੂਹਰੀ ਸਜ਼ਾ ਵੀ ਕਰ ਦਿੱਤੀ ਗਈ ਕਿ ਨਾਲੇ ਤਾਂ ਜੱਟ ਨੂੰ ਬੌਲਦ ਵਟੇ ਬੌਲਦ ਦੇਵੇ ਤੇ ਨਾਲੇ ਦੰਡ ਵੀ ਦੇਵੇ। ਇਹ ਉਹ ਹੀ ਦੰਡ ਦਾ 8700 ਕਰੋੜ ਰੁਪਈਆ ਸੀ ਜਿਸ ਨੂੰ ਮੁਆਫ ਕਰਾ ਕੇ ਅਕਾਲੀ ਕੱਛਾਂ ਵਜਾਉਂਦੇ ਫਿਰਦੇ ਹਨ। ਲੱਖ ਲਾਹਨਤ ਹੈ ਇਹੋ ਜਿਹੀ ਰਾਜਨੀਤਿਕ ਪਾਰਟੀ ਦੇ। ਭਾਰਤ ਦੀ ਨਿਆਂ ਪ੍ਰਣਾਲੀ ਵੀ ਉਸ ਪਿੰਡ ਦੀ ਪੰਚਾਇਤ ਵਰਗੀ ਹੈ ਜਿਹੜੀ ਆਪਣੇ ਪਿੰਡ ਦੇ ਜ਼ਿਮੀਂਦਾਰ ਨੂੰ ਖੁਸ਼ ਕਰਨ ਲਈ ਕਿਸੇ ਹੱਦ ਤੱਕ ਵੀ ਜਾ ਸਕਦੀ ਹੈ। ਕਹਿੰਦੇ ਹਨ ਕਿ ਇੱਕ ਪਿੰਡ ਵਿੱਚ ਇੱਕ ਅਮੀਰ ਜ਼ਿਮੀਂਦਾਰ ਸੀ। ਪਿੰਡ ਦੀ ਪੰਚਾਇਤ ਉਹਦੀ ਮਰਜ਼ੀ ਦੀ ਬਣਦੀ ਤੇ ਉਹ ਪੰਚਾਇਤ ਹਰ ਗੱਲ ਦਾ ਫੈਸਲਾ ਉਹ ਜ਼ਿਮੀਂਦਾਰ ਦੇ ਹੱਕ ਵਿੱਚ ਕਰਦੀ। ਇੱਕ ਵਾਰ ਇੱਕ ਮੁਸਾਫਿਰ ਉਸ ਪਿੰਡ ਵਿੱਚ ਰਾਤ ਕੱਟਣ ਆਇਆ। ਉਹਦੀ ਘੋੜੀ ਸੂਣ ਵਾਲੀ ਸੀ ਜੋ ਰਾਤ ਨੂੰ ਸੂ ਪਈ। ਜਦੋਂ ਮੁਸਾਫਿਰ ਸਵੇਰੇ ਘੋੜੀ ਨਾਲ ਵਛੇਰੀ ਲੈ ਕੇ ਤੁਰਨ ਲੱਗਾ ਤਾਂ ਜ਼ਿਮੀਂਦਾਰ ਨੇ ਕਿਹਾ, ਇਹ ਵਛੇਰੀ ਕਿੱਧਰ ਲੈ ਤੁਰਿਆ ਹੈ? ਇਹ ਤਾਂ ਰਾਤੀ ਮੇਰੀ ਮੱਝ ਨੇ ਦਿੱਤੀ ਹੈ। ਮਾਮਲਾ ਪੰਚਾਇਤ ਵਿੱਚ ਗਿਆ। ਪੰਚਾਇਤ ਨੇ ਦੋਵਾਂ ਧਿਰਾਂ ਦੀ ਗੱਲ ਸੁਣ ਕੇ ਫੈਸਲਾ ਜ਼ਿਮੀਂਦਾਰ ਦੇ ਹੱਕ ਵਿੱਚ ਕਰ ਦਿੱਤਾ। ਮੁਸਾਫਿਰ ਨੇ ਬੜੀ ਅਧੀਨਗੀ ਨਾਲ ਪੁੱਛਿਆ ਕਿ ਹਜੂਰ, ਕਦੇ ਮੱਝਾਂ ਨੇ ਵੀ ਵਛੇਰੀਆਂ ਦਿੱਤੀਆਂ ਹਨ? ਤਾਂ ਪੰਚਾਇਤ ਵਾਲੇ ਕਹਿਣ ਲੱਗੇ, ਲੈ, ਅਜੇ ਪਿਛਲੇ ਸਾਲ ਹੀ ਜ਼ਿਮੀਂਦਾਰ ਸਾਹਿਬ ਦੀ ਮੱਝ ਨੇ ਊਠ ਦੇ ਬੱਚੇ ਨੂੰ ਜਨਮ ਦਿੱਤਾ ਸੀ, ਇਸ ਲਈ ਵਛੇਰੀ ਦੇਣੀ ਉਹਦੇ ਲਈ ਕੀ ਔਖੀ ਸੀ? ਮੁਸਾਫਿਰ ਸਮਝ ਗਿਆ ਕਿ ਇੱਥੇ ਚੋਰ ਤੇ ਕੁੱਤੀ ਰਲੇ ਹੋਏ ਹਨ, ਕਿਤੇ ਘੋੜੀ ਵੀ ਨਾ ਜਾਂਦੀ ਲੱਗੇ
ਉਹ ਵਿਚਾਰਾ ਰੋਂਦਾ ਧੋਂਦਾ ਇਕੱਲੀ ਘੋੜੀ ਹੀ ਲੈ ਕੇ ਰਾਏ ਪੈ ਗਿਆ। ਮੁਸਾਫਿਰ ਦੇ ਜਾਣ ਤੋਂ ਬਾਅਦ ਜ਼ਿਮੀਂਦਾਰ ਧਾਂ ਮਾਰ ਕੇ ਰੋਣ ਲੱਗ ਪਿਆ। ਪੰਚਾਇਤ ਮੈਂਬਰਾਂ ਤੇ ਸਰਪੰਚ ਨੇ ਹੈਰਾਨ ਹੋ ਕੇ ਪੁੱਛਿਆ ਕਿ ਜਨਾਬ, ਸਾਡੇ ਕੋਲੋਂ ਫੈਸਲਾ ਕਰਦੇ ਵਕਤ ਕੋਈ ਗਲਤੀ ਹੋ ਗਈ ਹੈ, ਜਾਂ ਫੈਸਲਾ ਤੁਹਾਡੇ ਹੱਕ ਵਿੱਚ ਨਹੀਂ ਹੋਇਆ, ਜਾਂ ਕੋਈ ਗੁਸਤਾਖੀ ਹੋ ਗਈ ਹੈ? ਆਪ ਜੀ ਦੇ ਰੋਣ ਦਾ ਕੀ ਸਬਬ ਹੈ? ਸਾਨੂੰ ਵੀ ਪਤਾ ਲੱਗੇ। ਉਹ ਜ਼ਿਮੀਂਦਾਰ ਨੇ ਕਿਹਾ, ਸਭ ਕੁਝ ਠੀਕ ਠਾਕ ਹੋਇਆ ਹੈ। ਮੈਂ ਤਾਂ ਇਸ ਕਰਕੇ ਰੋਇਆ ਹਾਂ ਕਿ ਤੁਸੀਂ ਸਾਰੇ ਮੇਰਾ ਹਰ ਹਬੀ-ਨਬੀ ਵਿੱਚ ਹੁਣ ਤੱਕ ਸਾਥ ਦਿੰਦੇ ਆਏ ਹੋ ਤੇ ਬਿਰਧ ਵੀ ਹੋ ਗਏ ਹੋ। ਜਦੋਂ ਤੁਸੀਂ ਨਾ ਰਹੇ ਫਿਰ ਮੇਰਾ ਨਿਆਂ ਕੌਣ ਕਰਿਆ ਕਰੂ? ਅੱਜ ਇਹ ਰੋਣਾ ਹੀ ਭਾਰਤ ਸਰਕਾਰ ਦਾ ਆਪਣੀਆਂ ਅਦਾਲਤਾਂ ਨੂੰ ਲੈ ਕੇ ਹੈ। ਨਿਰੰਕਾਰੀਆਂ ਨੇ ਅੰਮ੍ਰਿਤਸਰ ਵਿਸਾਖੀ ਵਾਲੇ ਦਿਨ 13 ਨਿਹੱਥੇ ਸਿੰਘ ਗੋਲੀਆਂ ਨਾਲ ਭੁੰਨ ਦਿੱਤੇ, ਪਰ ਕਿਸੇ ਇੱਕ ਨਿਰੰਕਾਰੀ ਨੂੰ ਵੀ ਇੱਕ ਦਿਨ ਦੀ ਸਜ਼ਾ ਨਹੀਂ ਹੋਈ। ਤੇ ਉਧਰ ਬਾਬੇ ਗੁਰਬਚਨ ਸਿੰਘ ਨਿਰੰਕਾਰੀ ਨੂੰ ਮਾਰਨ ਵਾਲੇ ਭਾਈ ਰਣਜੀਤ ਸਿੰਘ ਨੂੰ ਉਮਰ ਕੈਦ ਕਰ ਦਿੱਤੀ ਤੇ ਪੂਰੇ 14 ਸਾਲ ਜੇਲ੍ਹ ਕਟਵਾਈ। 1984 ਵਿੱਚ ਦਿੱਲੀ, ਬੁਕਾਰੋ, ਕਾਨਪੁਰ ਤੇ ਹੋਰ ਥਾਵਾਂ ਤੇ ਦਿਨ ਦਹਾੜੇ ਸਿੱਖ ਕਤਲ ਕੀਤੇ ਗਏ ਤੇ ਪੈਟਰੋਲ ਪਾ ਕੇ ਬੜੀ ਬੇਰਹਿਮੀ ਨਾਲ ਸਾੜੇ ਗਏ ਤੇ ਅੱਜ 18 ਸਾਲ ਹੋ ਗਏ ਹਨ। ਕਿਸੇ ਇੱਕ ਵੀ ਬੰਦੇ ਨੂੰ ਸਜ਼ਾ ਨਹੀਂ ਹੋਈ। ਗਵਾਈਆਂ ਦੀ ਗੱਲ ਤਾਂ ਦੂਰ ਰਹੀ, ਲੋਕਾਂ ਨੇ ਕਈ ਬਿਆਨ ਹਲਫੀਆ ਦਾਇਰ ਕੀਤੇ ਹਨ ਕਿ ਫਲਾਣੇ ਬੰਦੇ ਨੇ ਸਾਡੀਆਂ ਅੱਖਾਂ ਸਾਹਮਣੇ ਸਾਡੇ ਪਰਿਵਾਰ ਦੇ ਜੀਆਂ ਦੇ ਕਤਲ ਕੀਤੇ ਹਨ। ਦੂਜੇ ਪਾਸੇ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਜਦੋਂ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਸਿੱਖਾਂ ਦਾ ਕਤਲੇਆਮ ਸ਼ੁਰੂ ਹੋ ਗਿਆ ਤਾਂ ਭਾਰਤ ਦੀ ਸੁਪਰੀਮ ਕੋਰਟ ਨੂੰ 31 ਅਕਤੂਬਰ 1984 ਤੋਂ ਲੈ ਕੇ 4 ਨਵੰਬਰ 1984 ਤੱਕ ਤਾਲਾ ਲੱਗਾ ਰਿਹਾ, ਤਾਂ ਕਿ ਜੇ ਕਿਸੇ ਨੇ ਇਹ ਕਤਲੇਆਮ ਕਰਵਾਉਣ ਲਈ ਜਨਹਿਤ ਪਟੀਸ਼ਨ ਦਾਇਰ ਕਰ ਦਿੱਤੀ ਕਿ ਸਰਕਾਰ ਨੂੰ ਫੌਰਨ ਕਤਲੇਆਮ ਬੰਦ ਕਰਨ ਦਾ ਹੁਕਮ ਦਿੱਤਾ ਜਾਵੇ ਤਾਂ ਸੁਪਰੀਮ ਕੋਰਟ ਨੂੰ ਅਜਿਹਾ ਕਰਨਾ ਪਵੇਗਾ। ਇਸ ਲਈ 4 ਦਿਨ ਛੁੱਟੀ ਕਰਨੀ ਹੀ ਠੀਕ ਹੈ। ਵੇਖੋ ਕਿਤਾਬ ਸਰਕਾਰੀ ਕਤਲੇਆਮ, ਪੰਨਾ 5। ਇੰਦਰਾ ਗਾਂਧੀ ਲਈ ਜਹਾਜ਼ ਅਗਵਾ ਕਰਨ ਵਾਲੇ 2 ਪਾਂਡੇ ਭਰਾਵਾਂ ਨੂੰ ਵੀ ਅਦਾਲਤ ਵੱਲੋਂ ਸਾਫ਼ ਬਰੀ ਕਰ ਦਿੱਤਾ ਗਿਆ ਸੀ, ਪਰ ਦੂਜੇ ਪਾਸੇ ਇੰਦਰਾ ਗਾਂਧੀ ਨੂੰ ਮਾਰਨ ਲਈ ਕਸੂਰਵਾਰ ਮੰਨੇ ਗਏ ਜਿਨ੍ਹਾਂ 2 ਬੰਦਿਆਂ ਤੇ ਮੁਕੱਦਮਾ ਚੱਲਿਆ ਉਹਨਾਂ ਨੂੰ ਝੱਟ ਫਾਂਸੀ ਦੇ ਦਿੱਤੀ ਗਈ। ਕਾਨੂੰਨ ਜਗਤ ਦੇ ਸਾਰੇ ਵਕੀਲ ਮੰਨਦੇ ਹਨ ਕਿ ਜਿਸ ਹਾਲਾਤ ਵਿੱਚ ਇੰਦਰਾ ਗਾਂਧੀ ਦਾ ਕਤਲ ਹੋਇਆ, ਇਹਨਾਂ ਦੋਹਾਂ ਨੂੰ ਹੀ ਫਾਂਸੀ ਦੀ ਸਜ਼ਾ ਨਹੀਂ ਸੀ ਹੋ ਸਕਦੀ, ਵੱਧ ਤੋਂ ਵੱਧ ਉਮਰ ਕੈਦ ਹੋ ਸਕਦੀ ਸੀ। ਫਿਰ ਇਹਨਾਂ ਦੋਹਾਂ ਸਿੰਘਾਂ ਭਾਈ ਕੇਰ ਸਿੰਘ ਅਤੇ ਭਾਈ ਸਤਵੰਤ ਸਿੰਘ ਨੂੰ ਛੇਤੀ ਫਾਂਸੀ ਦੇਣ ਲਈ ਤਿਹਾੜ ਜੇਲ੍ਹ ਵਿੱਚ ਕਈ ਕਤਲਾਂ ਦੇ ਦੋਸ਼ੀ ਲਾਲਾ ਖੇਮਚੰਦ ਅਤੇ ਡਾਕੂ ਤੇ ਕਾਤਲ ਕੰਚਨ, ਜਿਨ੍ਹਾਂ ਦੀ ਫਾਂਸੀ ਦੀ ਅਪੀਲ ਸੁਪਰੀਮ ਕੋਰਟ ਵਿੱਚ ਪਈ ਸੀ, ਨੂੰ ਜਲਦੀ ਸੁਣਵਾਈ ਕਰਕੇ ਬਰੀ ਕਰ ਦਿੱਤਾ ਤਾਂ ਕਿ ਇੰਦਰਾ ਗਾਂਧੀ ਕਤਲ ਕੇਸ ਵਾਲੇ ਦੋਹਾਂ ਸਿੱਖ ਮੁਲਾਜ਼ਮਾਂ ਨੂੰ ਛੇਤੀ ਫਾਂਸੀ ਤੇ ਲਟਕਾਇਆ ਜਾ ਸਕੇ। ਦਰਬਾਰ ਸਾਹਿਬ ਤੇ ਹਮਲੇ ਲਈ ਜ਼ਿੰਮੇਵਾਰ ਜਨਰਲ ਵੈਦਿਆ ਨੂੰ ਮਾਰਨ ਵਾਲੇ 2 ਸਿੱਖਾਂ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਨੂੰ ਵੀ ਫਾਂਸੀ ਦੇ ਦਿੱਤੀ ਗਈ। ਹੁਣ ਕੁਝ ਹੋਰ ਸਿੱਖਾਂ ਤੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਦੇ ਦੋਸ਼ ਹੇਠ ਮੁਕੱਦਮਾ ਚੱਲ ਰਿਹਾ। ਦਿੱਲੀ ਵਿੱਚ ਇੱਕ ਸਿੱਖ ਪ੍ਰੋਫੈਸਰ ਦਵਿੰਦਰਪਾਲ ਸਿੰਘ ਨੂੰ ਹੁਣੇ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਕਿ ਦਿੱਲੀ ਵਿੱਚ ਹਜ਼ਾਰਾਂ ਹੀ ਬੇਦੋਸ਼ੇ ਸਿੱਖਾਂ ਨੂੰ ਕਤਲ ਕਰਨ ਵਾਲਿਆਂ ਵਿੱਚੋਂ ਕਿਸੇ ਦੇ ਵੀ ਕਤਲ ਦਾ ਦੋਸ਼ ਸਿੱਧ ਨਹੀਂ ਸੀ ਹੁੰਦਾ। ਕਿਸੇ ਵੀ ਅੰਮ੍ਰਿਤਧਾਰੀ ਸਿੱਖ ਜਿਹੜੇ ਖਤਰਨਾਕ ਲੋਕ ਹਨ, ਕਤਲ ਕਰਦੇ ਹਨ ਤੇ ਦਹਿਸ਼ਤਗਰਦੀ ਫੈਲਾਉਂਦੇ ਹਨ ਦੀ ਜਾਣਕਾਰੀ ਅਧਿਕਾਰੀਆਂ ਨੂੰ ਦਿੱਤੀ ਜਾਵੇ। ਇਹ ਲੋਕ ਦੇਖਣ ਨੂੰ ਭਾਵੇਂ ਬਾਹਰੋਂ ਬੜੇ ਭਲੇ ਲੱਗਦੇ ਹਨ, ਪਰ ਬੁਨਿਆਦੀ ਤੌਰ ਤੇ ਦਹਿਸ਼ਤਗਰਦ ਹਨ। ਸਾਡੇ ਸਾਰਿਆਂ ਦੇ ਭਲੇ ਦੀ ਗੱਲ ਇਹ ਹੈ ਕਿ ਇਹਨਾਂ ਦੀ ਪਛਾਣ ਕੀਤੀ ਜਾਵੇ ਅਤੇ ਇਹਨਾਂ ਦੇ ਟਿਕਾਣਿਆਂ ਬਾਰੇ ਜਾਣਕਾਰੀ ਦਿੱਤੀ ਜਾਵੇ। ਹਵਾਲਾ ਫੌਜੀ ਸਰਕੂਲਰ ਨੰਬਰ 153 ਜੁਲਾਈ 1984। ਸਿਰਲੇਖ ਸਿੱਖ ਨੇ ਆਪ ਹੀ ਹੌਲੀ ਆਪਣੇ ਹੱਕ ਛੱਡਣੇ ਸ਼ੁਰੂ ਕਰ ਦਿੱਤੇ।
ਸਰਦਾਰ ਸਿਮਰਨਜੀਤ ਸਿੰਘ ਮਾਨ ਜਦੋਂ 4.5 ਲੱਖ ਤੋਂ ਵੀ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਕੇ ਪਾਰਲੀਮੈਂਟ ਵਿੱਚ ਪਹੁੰਚੇ ਤਾਂ ਵਾਚ ਐਂਡ ਵਾਰਡ ਸਟਾਫ ਨੇ ਉਹਨਾਂ ਨੂੰ ਰੋਕ ਲਿਆ ਤੇ ਕਿਹਾ, ਕਿਰਪਾਨ ਲੈ ਕੇ ਤੁਸੀਂ ਅੱਗੇ ਨਹੀਂ ਜਾ ਸਕਦੇ। ਮਾਨ ਸਾਹਿਬ ਨੇ ਕਿਹਾ, ਕਿਰਪਾਨ ਮੇਰਾ ਸੰਵਿਧਾਨਕ ਹੱਕ ਹੈ। ਸੰਵਿਧਾਨ ਦੀ ਧਾਰਾ 25 ਵਿੱਚ ਸਪਸ਼ਟ ਲਿਖਿਆ ਹੈ ਕਿ ਮੈਂ ਕਿਰਪਾਨ ਪਾ ਵੀ ਸਕਦਾ ਹਾਂ ਤੇ ਉਸ ਨੂੰ ਲੈ ਕੇ ਕਿਤੇ ਵੀ ਜਾ ਸਕਦਾ ਹਾਂ। ਕਿਰਪਾਨ ਨੂੰ ਸਿੱਖਾਂ ਦੇ ਅੰਗ ਦੇ ਤੌਰ ਤੇ ਮਾਨਤਾ ਪ੍ਰਾਪਤ ਹੈ, ਪਰ ਉਹਨਾਂ ਨੂੰ ਅੱਗੇ ਨਾ ਜਾਣ ਦਿੱਤਾ ਗਿਆ। ਹੁਣ ਇੱਥੇ ਇਸ ਹਾਲਾਤ ਨਾਲ ਦੋ ਤਰੀਕਿਆਂ ਨਾਲ ਨਜਿੱਠਿਆ ਜਾ ਸਕਦਾ ਸੀ। ਪਹਿਲਾ ਤਰੀਕਾ ਤਾਂ ਇਹ ਸੀ ਕਿ ਮਾਨ ਸਾਹਿਬ ਆਪਣੇ ਨਾਲ ਗਏ ਕਿਸੇ ਸਾਥੀ ਨੂੰ ਆਪਣੀ ਕਿਰਪਾਨ ਫੜਾ ਦਿੰਦੇ ਤੇ ਆਪ ਰਵਾਂ ਰਵੀਂ ਜਾ ਕੇ ਪਾਰਲੀਮੈਂਟ ਦੇ ਠੰਡੇ ਹਾਲ ਵਿੱਚ ਆਪਣੀ ਸੀਟ ਤੇ ਬੈਠ ਜਾਂਦੇ। ਇਸ ਗੱਲ ਦੀ ਕੋਈ ਮਸ਼ਹੂਰੀ ਨਹੀਂ ਸੀ ਹੋਣੀ ਤੇ ਅਖਬਾਰੀ ਚਰਚਾ ਵੀ ਨਹੀਂ ਸੀ ਚੱਲਣੀ, ਗੱਲ ਖਤਮ ਹੋ ਜਾਣੀ। ਜਿਸ ਤਰ੍ਹਾਂ ਉਹਨਾਂ ਨੇ ਹੋਣ ਵਾਲੀ MP ਦੀ ਚੋਣ ਜਿੱਤ ਕੇ ਕੀਤਾ ਹੈ। ਦੂਜਾ ਤਰੀਕਾ ਸੀ ਬੇਇਨਸਾਫੀ ਅੱਗੇ ਡਟਣਾ, ਜੋ ਇੱਕ ਅਣਖੀਲੇ ਮਨੁੱਖ ਦਾ ਫਰਜ਼ ਹੈ ਜਾਂ ਫਰਜ਼ ਬਣਦਾ ਹੈ। ਸਿਤਮ ਜਰੀਫੀ ਦੀ ਗੱਲ ਇਹ ਸੀ ਕਿ ਮਾਨ ਸਾਹਿਬ ਨੂੰ ਬਾਰ-ਬਾਰ ਕਿਹਾ ਜਾਂਦਾ ਸੀ, ਰੱਖਿਆ ਦੇ ਕਾਰਨਾਂ ਕਰਕੇ ਤੁਹਾਨੂੰ ਕਿਰਪਾਨ ਲੈ ਕੇ ਅੰਦਰ ਨਹੀਂ ਜਾਣ ਦਿੱਤਾ ਜਾ ਸਕਦਾ, ਕਿਉਂਕਿ ਅੰਦਰ ਤੁਹਾਡਾ ਵਿਰੋਧੀ ਮੈਂਬਰ ਰਾਜੀਵ ਗਾਂਧੀ ਵੀ ਹੈ, ਜਿਸ ਨਾਲ ਸਿੱਖਾਂ ਦੀ ਲੱਗਦੀ ਹੈ। ਨਾਲੇ ਅੰਦਰ ਜਾ ਕੇ ਮੂੰਹ ਨਾਲ ਗੱਲ ਕਰਨੀ ਹੁੰਦੀ ਹੈ, ਕਿਰਪਾਨ ਕਾਹਦੇ ਲਈ ਜ਼ਰੂਰੀ ਹੈ। ਮਾਨ ਸਾਹਿਬ ਨੇ ਕਿਹਾ, ਮੈਂ ਭਾਰਤ ਦਾ ਮਾਣਯੋਗ ਸ਼ਹਿਰੀ ਹਾਂ ਤੇ ਲੋਕਾਂ ਦੀਆਂ ਵੋਟਾਂ ਨਾਲ ਜਿੱਤ ਕੇ ਲੋਕਾਂ ਦਾ ਨੁਮਾਇੰਦਾ ਬਣ ਕੇ ਆਇਆ ਹਾਂ, ਪਰ ਯਾਸਰ ਅਰਾਫਾਤ ਜਿਸ ਦਾ ਕੋਈ ਮੁਲਕ ਨਹੀਂ, ਉਦੋਂ ਉਸ ਦਾ ਮੁਲਕ ਫਲਸਤੀਨ ਹੋਂਦ ਵਿੱਚ ਨਹੀਂ ਸੀ ਆਇਆ, ਉਹ ਇਥੋਂ ਦਾ ਸ਼ਹਿਰੀ ਵੀ ਨਹੀਂ, ਫਿਰ ਵੀ ਭਰੇ ਹੋਏ ਮੌਜਰ ਪਿਸਟਲ ਨਾਲ ਲੋਕ ਸਭਾ ਤੇ ਰਾਜ ਸਭਾ ਨੂੰ ਸੰਬੋਧਨ ਕਰਕੇ ਗਿਆ। ਮੇਰੀ ਕਿਰਪਾਨ ਉਹਦੇ 11 ਗੋਲੀਆਂ ਵਾਲੇ ਮੌਜਰ ਪਿਸਤੌਲ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ। ਉਦੋਂ ਵੀ ਤਾਂ ਲੋਕ ਸਭਾ ਤੇ ਰਾਜ ਸਭਾ ਦੇ ਕਈ ਐਸੇ ਮੈਂਬਰ ਸਨ ਜਿਹੜੇ ਫਲਸਤੀਨ ਬਣਾਉਣ ਬਦਲੇ ਇਜ਼ਰਾਈਲ ਨਾਲ ਖਾਮਖਾਹ ਪੰਗਾ ਲੈਣ ਦੇ ਹੱਕ ਵਿੱਚ ਨਹੀਂ ਸਨ। ਜੇ ਯਾਸਰ ਅਰਾਫਾਤ ਉਹਨਾਂ ਵਿਰੋਧੀ ਮੈਂਬਰਾਂ ਨੂੰ ਮਾਰ ਦਿੰਦਾ ਫਿਰ? ਸਪੀਕਰ ਕੋਲ ਇਸ ਤਰਕ ਦਾ ਕੋਈ ਜਵਾਬ ਨਹੀਂ ਸੀ। ਮਾਨ ਸਾਹਿਬ ਦਾ ਸਟੈਂਡ ਬਿਲਕੁਲ ਠੀਕ ਸੀ, ਕਿਉਂਕਿ ਪੁਰਾਣੇ ਅੰਗਰੇਜ਼ਾਂ ਵੇਲੇ ਦੇ ਅਸਲੇ ਦੇ ਲਾਇਸੈਂਸਾਂ ਤੇ ਲਿਖਿਆ ਹੁੰਦਾ ਸੀ ਕਿ ਸਿੱਖ ਕਿਰਪਾਨ ਪਾ ਸਕਦਾ ਹੈ ਤੇ ਨਾਲ ਰੱਖ ਸਕਦਾ ਹੈ, ਹੋਰ ਕੋਈ ਵੀ ਹਿੰਦੂ, ਮੁਸਲਮਾਨ, ਈਸਾਈ ਕਿਰਪਾਨ ਫੜਨ ਜਾਂ ਕਿਤੇ ਖੜਨ ਦਾ ਹੱਕ ਨਹੀਂ ਰੱਖਦਾ। ਜੇ ਕੋਈ ਕਾਨੂੰਨ ਦੀ ਉਲੰਘਣਾ ਕਰੇ ਤਾਂ ਉਸ ਨੂੰ ਜੇਲ੍ਹ ਹੋ ਸਕਦੀ ਹੈ। ਜਿਵੇਂ ਅੱਜ ਕੱਲ੍ਹ ਵੀ ਸਿਰਫ ਨਿਹੰਗ ਸਿੰਘ ਹੀ ਬਰਛੇ ਦਾ ਲਾਇਸੈਂਸ ਲੈ ਕੇ ਬਰਛਾ ਰੱਖ ਸਕਦੇ ਹਨ, ਹੋਰ ਕੋਈ ਨਹੀਂ। ਇਹ ਹੱਕ ਲੈਣ ਲਈ ਸਿੱਖਾਂ ਨੂੰ ਬਾਕਾਇਦਾ ਕਿਰਪਾਨ ਦਾ ਮੋਰਚਾ ਲਾਉਣਾ ਪਿਆ ਸੀ ਤੇ ਬੜੀਆਂ ਕੁਰਬਾਨੀਆਂ ਕਰਨੀਆਂ ਪਈਆਂ ਹਨ। ਹੁਣ ਮਾਨ ਸਾਹਿਬ ਆਪਣੇ ਸੁੱਖ ਆਰਾਮ ਵਾਸਤੇ ਸਿੱਖਾਂ ਦਾ ਇਹ ਸੰਵਿਧਾਨਕ ਹੱਕ ਕਿਵੇਂ ਛੱਡ ਕੇ ਪਾਰਲੀਮੈਂਟ ਵਿੱਚ ਜਾ ਬਹਿੰਦੇ? ਜੇ ਉਹਨਾਂ ਦੇ ਇਸ ਤਰ੍ਹਾਂ ਕਰਨ ਨਾਲ ਸਿੱਖਾਂ ਦਾ ਸੰਵਿਧਾਨਕ ਹੱਕ ਖੋਇਆ ਜਾਂਦਾ ਤਾਂ ਲੋਕਾਂ ਨੇ ਕਹਿਣਾ ਸੀ ਪਹਿਲੇ ਅਕਾਲੀ ਦਲ ਦੇ ਪ੍ਰਧਾਨ ਤਾਂ ਅਨਪੜ੍ਹ ਹੁੰਦੇ ਸਨ, ਇਸ ਕਰਕੇ ਸਰਕਾਰ ਉਹਨਾਂ ਨਾਲ ਧੋਖਾ ਕਰ ਲੈਂਦੀ ਸੀ ਤੇ ਨਤੀਜੇ ਵਜੋਂ ਸਿੱਖਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਬੇਕਾਰ ਹੋ ਜਾਂਦੀਆਂ ਸਨ। ਪਰ ਤੂੰ ਤਾਂ ਪੜ੍ਹਿਆ ਲਿਖਿਆ ਤੇ ਇਤਿਹਾਸ ਦਾ ਗੋਲਡ ਮੈਡਲਿਸਟ ਸੀ, ਤੂੰ ਕਿਵੇਂ ਗਲਤੀ ਕਰ ਗਿਆ? ਜਿੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ ਕਿਰਪਾਨ ਦਾ ਹੱਕ ਖੋਹੇ ਜਾਣ ਦਾ ਕਲੰਕ ਆਪਣੇ ਤੇ ਨਹੀਂ ਸੀ ਲੈਣਾ ਚਾਹੁੰਦੇ, ਉੱਥੇ ਸਵੈਮਾਨ ਦੀ ਗੱਲ ਇਹ ਸੀ ਕਿ ਇੱਕ ਵਿਦੇਸ਼ੀ ਤਾਂ 11 ਗੋਲੀਆਂ ਦੇ ਭਰੇ ਹੋਏ ਮੌਜਰ ਪਿਸਤੌਲ ਨਾਲ ਲੋਕ ਸਭਾ ਤੇ ਰਾਜ ਸਭਾ ਵਿੱਚ ਬਿਨਾਂ ਕਿਸੇ ਰੋਕ ਟੋਕ ਦੇ ਤੁਰਿਆ ਫਿਰੇ ਤੇ ਇੱਥੋਂ ਦੇ ਸ਼ਹਿਰੀ ਨੂੰ ਉਹਦੇ ਸੰਵਿਧਾਨਕ ਹੱਕ ਤੋਂ ਵੀ ਵਾਂਝਿਆ ਰੱਖਿਆ ਜਾਵੇ। ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਟੌਹੜਾ ਨੇ ਜਿਹੜੀ ਟਿੱਪਣੀ ਕੀਤੀ ਉਹ ਬਹੁਤ ਹੀ ਸ਼ਰਮਨਾਕ ਸੀ। ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਬਿਆਨ ਦਾਗਿਆ, ਮਾਨ ਨੇ ਕਿਰਪਾਨ ਸਮੇਤ ਪਾਰਲੀਮੈਂਟ ਜਾ ਕੇ ਗੱਤਕਾ ਖੇਡਣਾ ਹੈ। ਜਦੋਂ ਮਾਨ ਨਹਾਉਣ ਜਾਂਦਾ ਹੈ ਤਾਂ ਕਿਰਪਾਨ ਨਾਲ ਲੈ ਕੇ ਜਾਂਦਾ ਹੈ। ਦਲਿਤ ਨੇਤਾ ਡਾਕਟਰ ਭੀਮ ਰਾਓ ਅੰਬੇਦਕਰ ਨੇ ਜਦੋਂ ਭਾਰਤ ਦਾ ਸੰਵਿਧਾਨ ਲਿਖਿਆ ਤਾਂ ਸਿੱਖਾਂ ਨੂੰ ਕਿਰਪਾਨ ਰੱਖਣ ਤੇ ਪਹਿਨਣ ਦੀ ਛੋਟ ਦਿੱਤੀ ਤੇ ਇਸ ਦੀ ਵਿਆਖਿਆ ਇਸ ਤਰ੍ਹਾਂ ਕੀਤੀ,
The wearing and carrying of kirpan shall be deemed to be included in the practice of the Sikh religion. ਕਿਸੇ ਨੇ ਵੀ ਡਾਕਟਰ ਸਾਹਿਬ ਨੂੰ ਭਾਵੇਂ ਇਸ ਵਿੱਚ ਸੁਧਾਰ ਕਰਨ ਲਈ ਨਹੀਂ ਸੀ ਆਖਿਆ, ਪਰ ਫਿਰ ਵੀ ਉਹਨਾਂ ਨੂੰ ਆਪਣੇ ਆਪ ਹੀ ਇਹ ਧਿਆਨ ਆਇਆ ਕਿ ਸਿੱਖ ਵਿਚਾਰੀ ਬੜੀ ਭੋਲੀ ਭਾਲੀ ਕੌਮ ਹੈ, ਜਦੋਂ ਕਿ ਜਿਨ੍ਹਾਂ ਨਾਲ ਇਹਨਾਂ ਦਾ ਵਾਹ ਪੈ ਗਿਆ ਹੈ ਉਹ ਬੜੇ ਸ਼ਾਤਰ ਤੇ ਚਲਾਕ ਲੋਕ ਹਨ। ਸ਼ਬਦ ਪ੍ਰੈਕਟਿਸ ਦਾ ਕਿਤੇ ਗਲਤ ਮਤਲਬ ਕੱਢ ਕੇ ਸਿੱਖਾਂ ਦਾ ਹੱਕ ਖੋਹ ਹੀ ਨਾ ਲੈਣ, ਇਸ ਵਿਚਾਰ ਨੂੰ ਮੁੱਖ ਰੱਖ ਕੇ ਉਹਨਾਂ ਨੇ ਇਹ ਸ਼ਬਦ ਕੱਟ ਦਿੱਤਾ ਤੇ ਉਸ ਦੀ ਥਾਂ ਪ੍ਰੋਫੈਸ਼ਨ ਲਿਖ ਦਿੱਤਾ। ਪ੍ਰੈਕਟਿਸ ਦਾ ਮਤਲਬ ਤਾਂ ਇਹ ਹੋਇਆ ਕਿ ਕਦੇ ਕਿਰਪਾਨ ਲਾ ਲਈ ਤੇ ਜਦੋਂ ਜੀ ਕੀਤਾ ਉਦੋਂ ਪਾ ਲਈ। ਇਸ ਤਰ੍ਹਾਂ ਲੰਮੇ ਸਮੇਂ ਤੱਕ ਇਹ ਹੱਕ ਨਹੀਂ ਸੀ ਚੱਲਣਾ ਤੇ ਸਰਕਾਰ ਨੇ ਖੋਹ ਲੈਣਾ ਸੀ। ਪਰ ਪ੍ਰੋਫੈਸ਼ਨ ਲਿਖਣ ਨਾਲ ਇਸ ਦਾ ਮਤਲਬ ਇਹ ਬਣਿਆ ਕਿ ਇਹ ਇੱਕ ਅੰਗ ਹੈ ਤੇ ਧਾਰਮਿਕ ਵਿਸ਼ਵਾਸ ਹੈ, ਇਸ ਨੂੰ ਸਦਾ ਨਾਲ ਰੱਖਿਆ ਜਾ ਸਕਦਾ ਹੈ। ਇਸ ਸ਼ਬਦ ਦਾ ਡਿਕਸ਼ਨਰੀ ਅਰਥ ਇਹ ਬਣਦਾ ਹੈ, ਆਕਸਫੋਰਡ ਇੰਗਲਿਸ਼ ਡਿਕਸ਼ਨਰੀ, profession, to affirm or declare one's faith in allegiance to religion's principle, God, saint, etc. The act or fact of profession, the declaration, promise or vow made on entering or religious order, the profession or religion, the declaration of or belief in and obedience to religion or a religion, hence the faith or religion which one professes. ਇਸ ਤਰ੍ਹਾਂ ਇੱਥੇ ਜੋ ਸ਼ਬਦ ਪ੍ਰੋਫੈਸ਼ਨ ਵਰਤਿਆ ਗਿਆ ਹੈ ਇਸ ਦੀ ਬਹੁਤ ਮਹੱਤਤਾ ਹੈ ਤੇ ਕਿਰਪਾਨ ਤੇ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਨਹੀਂ ਲਾਈ ਜਾ ਸਕਦੀ। ਮੰਨ ਲਓ ਜੇ ਸਰਕਾਰ ਨੇ ਕੋਈ ਪਾਬੰਦੀ ਲਾਉਣੀ ਹੋਵੇ ਤਾਂ ਉਹ ਸੰਵਿਧਾਨ ਵਿੱਚ ਸੋਧ ਕਰਕੇ ਹੀ ਲਾ ਸਕਦੀ ਹੈ, ਜ਼ਬਾਨੀ ਕਹਿ ਦੇਣ ਨਾਲ ਨਹੀਂ। ਕਾਨੂੰਨ ਵੀ ਇਹੀ ਕਹਿੰਦਾ ਹੈ। According to H.M. Srivae in the Constitutional Law of India 12.33 p. 916, any law which prohibited Sikhs from wearing or carrying kirpans would be void unless such a law was justified as necessary to public order, though not defined in the Constitution. ਉਪਰੋਕਤ ਸਾਰੀ ਗੱਲ ਵਿੱਚ ਕਿਰਪਾਨ ਦੇ ਸਾਈ ਦੀ ਕਿਤੇ ਵੀ ਗੱਲ ਨਹੀਂ ਆਈ। ਜੇ ਹੈ ਤਾਂ ਅਮਨ ਕਾਨੂੰਨ, ਸ਼ਾਂਤੀ, ਸੁਰੱਖਿਆ ਜਾਂ ਲਾ ਐਂਡ ਆਰਡਰ ਦੀ ਹੈ। ਅਜੇ ਤੱਕ ਐਸਾ ਕੁਝ ਨਹੀਂ ਹੋਇਆ ਜਿਸ ਨਾਲ ਕਿਰਪਾਨ ਤੇ ਪਾਬੰਦੀ ਲੱਗਦੀ। ਇਸ ਲਈ ਅਜੇ ਤੱਕ ਕਿਰਪਾਨ ਪਹਿਨਣੀ ਤੇ ਆਪਣੇ ਨਾਲ ਰੱਖਣੀ ਸਿੱਖਾਂ ਦਾ ਜਮਾਂਦਰੂ ਹੱਕ ਭਾਵ ਫੰਡਾਮੈਂਟਲ ਰਾਈਟ ਹੈ। ਕਿਸੇ ਦੇ ਜਮਾਂਦਰੂ ਅਧਿਕਾਰ ਤੇ ਕੋਈ ਪਾਬੰਦੀ ਲਾਉਣੀ ਹੋਵੇ ਤਾਂ ਉਹ ਸੰਵਿਧਾਨਕ ਸੋਧ ਕਰਕੇ ਹੀ ਲਾਈ ਜਾ ਸਕਦੀ ਹੈ। ਪਹਿਲਾਂ ਅੰਗਰੇਜ਼ਾਂ ਨੇ ਵੀ 25 ਜੂਨ 1914 ਨੂੰ ਕਿਰਪਾਨ ਤੇ ਪਾਬੰਦੀ ਲਾਈ ਸੀ। 19 ਮਈ 1917 ਨੂੰ ਅੰਗਰੇਜ਼ ਸਰਕਾਰ ਨੇ ਪੂਰੇ ਭਾਰਤ ਵਿੱਚੋਂ ਕਿਰਪਾਨ ਤੋਂ ਪਾਬੰਦੀ ਚੁੱਕ ਲਈ ਸੀ ਤੇ ਕਿਰਪਾਨ ਪਹਿਨ ਕੇ ਸਿੱਖ ਕਿਤੇ ਵੀ ਜਾ ਸਕਦਾ ਸੀ। ਪਹਿਲੀ ਸੰਸਾਰ ਜੰਗ ਤੋਂ ਬਾਅਦ ਹਵਾਲਾ ਚਿੱਠੀ ਨੰਬਰ 6221 ਦੁਆਰਾ ਫੌਜੀਆਂ ਨੂੰ ਵੀ ਕਿਰਪਾਨ ਪਹਿਨਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਅੰਗਰੇਜ਼ ਸਰਕਾਰ ਵੇਲੇ ਕਿਰਪਾਨ ਦਾ ਹੱਕ ਲੈਣ ਲਈ ਮੋਰਚੇ ਲਾਉਣੇ ਪਏ ਸਨ ਤੇ ਸਿੱਖਾਂ ਨੂੰ ਕਈ ਕੁਰਬਾਨੀਆਂ ਕਰਨੀਆਂ ਪਈਆਂ ਸਨ ਤੇ ਜੇਲ੍ਹ ਕੱਟਣੀ ਪਈ ਸੀ। ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਇਹ ਵੀ ਡਰ ਸੀ ਕਿ ਜੇ ਕਿਰਪਾਨ ਦਾ ਹੱਕ ਖੋਇਆ ਗਿਆ, ਜਿਹੜਾ ਕਿ ਖੋਇਆ ਹੀ ਗਿਆ ਹੈ, ਤਾਂ ਲੋਕਾਂ ਨੇ ਕਹਿਣਾ ਹੈ ਤੈਨੂੰ ਕੀ ਹੋਇਆ, ਤੂੰ ਕਿਰਪਾਨ ਨੂੰ ਬਾਹਰ ਰੱਖ ਕੇ ਆਪ ਭੱਜ ਕੇ ਅੰਦਰ ਜਾ ਵੜਿਆ ਤੇ ਸਿੱਖਾਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਪੜ੍ਹੇ ਲਿਖੇ ਹੋ ਕੇ ਖੂਹ ਵਿੱਚ ਸੁੱਟ ਦਿੱਤਾ। ਉਹਨਾਂ ਦਿਨਾਂ ਵਿੱਚ ਹੀ ਸਾਡੀ ਪਾਰਟੀ ਨੇ ਪੰਜਾਬ ਵਿੱਚ ਰੋਸ ਮਾਰਚ ਰੱਖਿਆ ਹੋਇਆ ਸੀ।
ਸਟੇਜਾਂ ਤੇ ਪੁਕਾਰ ਕੇ ਅਸਾਂ ਇਹ ਗੱਲ ਦੱਸੀ, ਪਰ ਲੋਕਾਂ ਤੇ ਕੋਈ ਬਹੁਤਾ ਅਸਰ ਨਾ ਹੋਇਆ ਤੇ ਉਲਟਾ ਲੋਕ ਮਾਨ ਸਾਹਿਬ ਦੇ ਹੀ ਵਿਰੁੱਧ ਹੋ ਗਏ। ਲੋਕਾਂ ਦੇ ਮੂੰਹ ਤੇ ਇਹੋ ਗੱਲ ਚੜੀ ਹੋਈ ਸੀ। ਮਾਨ ਕਿਰਪਾਨ ਨੂੰ ਫੜ ਕੇ ਬਹਿ ਗਿਆ ਤੇ ਅੰਦਰ ਗਿਆ ਹੀ ਨਹੀਂ। ਪਰ ਬਾਅਦ ਵਿੱਚ ਬੀਬੀ ਬਿਮਲ ਕੌਰ ਖਾਲਸਾ, ਪਤਨੀ ਸ਼ਹੀਦ ਭਾਈ ਬੇਅੰਤ ਸਿੰਘ ਤੇ ਬੀਬੀ ਰਜਿੰਦਰ ਕੌਰ ਬੁਲਾਰਾ ਪਾਰਲੀਮੈਂਟ ਵਿੱਚ ਚਲੀਆਂ ਗਈਆਂ ਸਨ। ਬੀਬੀ ਬੁਲਾਰਾ ਨੇ ਰਾਜੀਵ ਗਾਂਧੀ ਵੱਲ ਹੱਥ ਕਰਕੇ ਕਿਹਾ ਸੀ, ਮਨੁੱਖਤਾ ਦਾ ਕਾਤਲ ਆ ਬੈਠਾ ਹੈ, ਪਰ ਸਪੀਕਰ ਨੇ ਇਹ ਸ਼ਬਦ ਹਾਊਸ ਦੀ ਕਾਰਵਾਈ ਵਿੱਚੋਂ ਹੀ ਕੱਢ ਦਿੱਤੇ। ਅੱਜ ਜੇ ਕੋਈ ਪਿਛਲਾ ਰਿਕਾਰਡ ਵੇਖ ਕੇ ਇਹ ਜਾਣਨਾ ਚਾਹਵੇ ਕਿ ਬੀਬੀ ਬੁਲਾਰਾ ਨੇ ਕੀ ਕਿਹਾ ਸੀ ਤਾਂ ਰਿਕਾਰਡ ਵੇਖਣ ਤੇ ਪਤਾ ਲੱਗੇਗਾ ਕਿ ਕੁਝ ਵੀ ਨਹੀਂ ਸੀ ਕਿਹਾ। ਬੀਬੀ ਬਿਮਲ ਕੌਰ ਖਾਲਸਾ ਨੇ ਵੀ ਜੋ ਖਰੀਆਂ ਖੋਟੀਆਂ ਸੁਣਾਈਆਂ ਉਹ ਵੀ ਹਾਊਸ ਦੀ ਕਾਰਵਾਈ ਵਿੱਚੋਂ ਕੱਢ ਦਿੱਤੀਆਂ ਗਈਆਂ। ਇਸੇ ਤਰ੍ਹਾਂ ਹੀ ਮਾਨ ਸਾਹਿਬ ਵੀ ਜੋ ਕਹਿੰਦੇ ਉਸ ਨੂੰ ਹੀ ਹਾਊਸ ਦੀ ਕਾਰਵਾਈ ਵਿੱਚੋਂ ਕੱਢ ਹੀ ਦਿੱਤਾ ਜਾਣਾ ਸੀ। ਪਰ ਮਾਨ ਸਾਹਿਬ ਵਿਹਲੇ ਨਹੀਂ ਬੈਠੇ ਰਹੇ। ਉਹਨਾਂ ਨੇ ਕਿਰਪਾਨ ਦੀ ਗੱਲ ਦੁਨੀਆ ਪੱਧਰ ਤੇ ਉਠਾਈ। UNO, ਅਮਰੀਕਾ, ਇੰਗਲੈਂਡ ਤੇ ਹੋਰ ਸਭ ਦੇਸ਼ਾਂ ਨੂੰ ਦੱਸਿਆ ਕਿ ਵੇਖ ਲਓ ਭਾਰਤ ਦੀ ਸਰਕਾਰ ਨੇ ਕਿਵੇਂ ਸਿੱਖਾਂ ਦਾ ਹੱਕ ਧੱਕੇ ਨਾਲ ਖੋਇਆ। ਅਮਰੀਕਾ ਦੀ ਸੈਕਟਰੀ ਆਫ ਸਟੇਟ ਮੈਡਮ ਰੋਬਿਨ ਰੈਫਲ ਭਾਰਤ ਆਈ ਤਾਂ ਮਾਨ ਸਾਹਿਬ ਨੂੰ ਉਸਨੇ ਪੁੱਛਿਆ, ਤੁਸੀਂ ਕਿਰਪਾਨ ਤੋਂ ਬਿਨਾਂ ਪਾਰਲੀਮੈਂਟ ਵਿੱਚ ਕਿਉਂ ਨਹੀਂ ਜਾਂਦੇ? ਤਾਂ ਮਾਨ ਸਾਹਿਬ ਨੇ ਕਿਹਾ, ਯੂਅਰ ਐਕਸੀਲੈਂਸੀ, ਅਮਰੀਕਾ ਵਿੱਚ ਕਿੰਨੇ ਰਾਸ਼ਟਰਪਤੀ ਗੋਲੀ ਨਾਲ ਮਾਰੇ ਜਾ ਚੁੱਕੇ ਹਨ? ਉਸਨੇ ਕਿਹਾ 4। ਮਾਨ ਸਾਹਿਬ ਨੇ ਪੁੱਛਿਆ, 4 ਰਾਸ਼ਟਰਪਤੀ ਮਰ ਜਾਣ ਤੇ ਤੁਸੀਂ ਅਸਲੇ ਤੇ ਪਾਬੰਦੀ ਲਾ ਦਿੱਤੀ ਹੈ? ਰੋਬਿਨ ਰੈਫਲ ਨੇ ਕਿਹਾ, ਅਸੀਂ ਲੋਕਾਂ ਦੇ ਅਧਿਕਾਰਾਂ ਤੇ ਕਿਵੇਂ ਪਾਬੰਦੀ ਲਾ ਸਕਦੇ ਹਾਂ? ਤਾਂ ਮਾਨ ਸਾਹਿਬ ਨੇ ਕਿਹਾ, ਇੱਥੇ ਕਿਰਪਾਨ ਨਾਲ ਅੱਜ ਤੱਕ ਇੱਕ ਬੰਦਾ ਵੀ ਨਹੀਂ ਮਰਿਆ, ਪਰ ਫਿਰ ਵੀ ਇਹਨਾਂ ਨੇ ਮੇਰੇ ਕਿਰਪਾਨ ਰੱਖਣ ਦੇ ਅਧਿਕਾਰ ਤੇ ਪਾਬੰਦੀ ਲਾ ਦਿੱਤੀ ਹੈ। ਪਰ ਯਾਸਰ ਅਰਾਫਾਤ ਨੂੰ ਅਸਲੇ ਸਮੇਤ ਲੋਕ ਸਭਾ ਵਿੱਚ ਜਾਣ ਦਿੱਤਾ ਗਿਆ। ਉਸਨੇ ਕਿਹਾ, ਮੈਂ ਸਾਰੀ ਗੱਲ ਸਮਝ ਗਈ ਹਾਂ ਤੇ ਮੈਂ ਆਪਣੀ ਸਰਕਾਰ ਨੂੰ ਇਹ ਗੱਲ ਦੱਸ ਦਿਆਂਗੀ। ਉਸ ਤੋਂ ਬਾਅਦ ਹੀ ਸਿੱਖ ਮੁੰਡਿਆਂ ਨੂੰ ਧੜਾ ਧੜ ਪਨਾਹ ਮਿਲਣੀ ਸ਼ੁਰੂ ਹੋ ਗਈ ਸੀ। ਜਿਸ ਸਰਦਾਰ ਗੁਰਚਰਨ ਸਿੰਘ ਟੌੜੇ ਨੂੰ ਕਿਰਪਾਨ ਵਰਗੇ ਧਾਰਮਿਕ ਮਾਮਲੇ ਤੇ ਸਰਦਾਰ ਮਾਨ ਦਾ ਸਾਥ ਦੇਣਾ ਚਾਹੀਦਾ ਸੀ, ਉਸੇ ਦੇ ਬਿਆਨਾਂ ਨੇ ਹੀ ਪੂਰੇ ਭਾਰਤ ਵਿੱਚ ਤੇ ਖਾਸ ਕਰਕੇ ਸਿੱਖਾਂ ਵਿੱਚ ਇਹ ਪ੍ਰਭਾਵ ਬਣਾ ਦਿੱਤਾ ਕਿ ਕਿਰਪਾਨ ਇੱਕ ਫਜ਼ੂਲ ਚੀਜ਼ ਹੈ ਤੇ ਹੁਣ ਸਿੱਖਾਂ ਨੂੰ ਇਹਦੀ ਲੋੜ ਨਹੀਂ। ਮਾਨ ਸਾਹਿਬ ਵੀ ਹੁਣ ਦੂਜੀ ਵਾਰ MP ਬਣ ਕੇ ਬਿਨਾਂ ਕਿਰਪਾਨ ਤੋਂ ਹੀ ਪਾਰਲੀਮੈਂਟ ਵਿੱਚ ਚਲੇ ਗਏ ਹਨ ਤੇ ਕਿਰਪਾਨ ਦਾ ਹੱਕ ਹੁਣ ਸਿੱਖਾਂ ਕੋਲੋਂ ਖੋਇਆ ਜਾ ਚੁੱਕਾ ਹੈ। ਸਿੱਖ ਵੱਖਰੀ ਕੌਮ ਦੀ ਅਤੀ ਮਹੱਤਵਪੂਰਨ ਕੜੀ ਟੁੱਟ ਗਈ ਹੈ। ਸੰਵਿਧਾਨ ਦੀ ਧਾਰਾ 25B(2) ਸਿੱਖਾਂ ਤੇ ਉਹਨਾਂ ਦੇ ਗੁਰਦੁਆਰਿਆਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਹਿੰਦੂ ਕੌਮ ਦਾ ਅੰਗ ਮੰਨਦੀ ਹੈ, ਜਿਵੇਂ ਬੋਧੀਆਂ ਅਤੇ ਜੈਨੀਆਂ ਨੂੰ ਮੰਨਦੀ ਹੈ। 25B(2) ਵਿਆਖਿਆ ਇਸ ਤਰ੍ਹਾਂ ਹੈ, The reference of Hindus shall be construed as including a reference to persons professing the Sikh, Jain or Buddhist religion, and reference to Hindu religion institutions shall be construed accordingly. ਸਿੱਖ ਵੀ ਜੈਨੀਆਂ ਤੇ ਬੋਧੀਆਂ ਵਾਂਗ ਹਿੰਦੂ ਹੀ ਹਨ ਤੇ ਇਹਨਾਂ ਦੇ ਧਾਰਮਿਕ ਸਥਾਨ ਵੀ ਇਸੇ ਹੀ ਸੰਦਰਭ ਵਿੱਚ ਹਨ। ਇਸ ਦਾ ਮਤਲਬ ਇਹ ਹੋਇਆ ਕਿ ਹਰਿਮੰਦਰ ਸਾਹਿਬ ਵੀ ਹਿੰਦੂ ਧਾਰਮਿਕ ਸਥਾਨ ਹੀ ਹੈ, ਬਿਲਕੁਲ ਉਵੇਂ ਹੀ ਜਿਵੇਂ ਹਿੰਦੂਆਂ ਦਾ ਦੁਰਗਿਆਣਾ ਮੰਦਿਰ ਹੈ। ਜੇ 1925 ਦਾ ਗੁਰਦੁਆਰਾ ਐਕਟ ਨਾ ਹੋਵੇ ਜਿਸ ਨਾਲ ਸ਼੍ਰੋਮਣੀ ਕਮੇਟੀ ਦੀ ਚੋਣ ਹੁੰਦੀ ਹੈ, ਤਾਂ ਫਿਰ ਦੁਰਗਿਆਣਾ ਮੰਦਿਰ ਵਾਂਗ ਕੋਈ ਵੀ ਹਿੰਦੂ ਹਰਿਮੰਦਰ ਸਾਹਿਬ ਦਾ ਵੀ ਪ੍ਰਧਾਨ ਬਣ ਸਕਦਾ ਹੈ। 1925 ਦਾ ਐਕਟ ਅਜਿਹਾ ਨਹੀਂ ਹੋਣ ਦਿੰਦਾ। ਇਸੇ ਤਰ੍ਹਾਂ ਹੀ ਕਿਰਪਾਨ ਕਿਉਂਕਿ ਸਿੱਖ ਦੀ ਹੀ ਰੱਖ ਸਕਦਾ ਹੈ, ਹੋਰ ਕੋਈ ਨਹੀਂ। ਇਸ ਲਈ ਇਹ ਅਧਿਕਾਰ ਹਿੰਦੂ ਨਾਲੋਂ ਸਿੱਖ ਨੂੰ ਵੱਖ ਕਰਦਾ ਹੈ। ਨਹੀਂ ਤਾਂ ਸੰਵਿਧਾਨ ਨੇ ਤਾਂ ਸਿੱਖ ਅਤੇ ਸਿੱਖਾਂ ਦੇ ਗੁਰਦੁਆਰੇ ਹਿੰਦੂ ਐਲਾਨ ਕਰ ਹੀ ਦਿੱਤੇ ਸਨ। ਜੈਨੀ ਧਰਮ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ ਕਿ ਜੇ ਕੋਈ ਜੈਨੀ ਪਾਗਲ ਹਾਥੀ ਦੇ ਅੜਿੱਕੇ ਚੜ੍ਹ ਜਾਵੇ ਤੇ ਲਾਗੇ ਹੀ ਕੋਈ ਹਿੰਦੂ ਮੰਦਿਰ ਹੋਵੇ ਜਿੱਥੇ ਜਾ ਕੇ ਆਪਣੀ ਜਾਨ ਬਚਾ ਸਕਦਾ ਹੋਵੇ, ਤਾਂ ਉਹ ਹਿੰਦੂ ਮੰਦਿਰ ਵਿੱਚ ਨਾ ਜਾਵੇ।
ਹਾਥੀ ਦੇ ਪੈਰਾਂ ਥੱਲੇ ਕੁਚਲੇ ਜਾਣਾ ਮਨਜ਼ੂਰ ਕਰ ਲਵੇ। ਇਸੇ ਤਰ੍ਹਾਂ ਹੀ ਬੁੱਧ ਗ੍ਰੰਥਾਂ ਵਿੱਚ ਲਿਖਿਆ ਮਿਲਦਾ ਹੈ ਕਿ ਭਾਵੇਂ ਹਿੰਦੂ ਤੁਹਾਨੂੰ ਆਪਣੇ ਵਿੱਚ ਮਿਲਾਉਣ ਲਈ ਤੁਹਾਡੇ ਤੇ ਕਿੰਨਾ ਵੀ ਜ਼ੁਲਮ ਤੇ ਤਸ਼ੱਦਦ ਕਰਨ, ਪਰ ਤੁਸੀਂ ਉਹ ਜ਼ੁਲਮ ਤੇ ਤਸ਼ੱਦਦ ਸਹਿਣ ਕਰ ਲਿਓ, ਪਰ ਹਿੰਦੂ ਨਾ ਬਣਿਓ। ਜੇ ਹਿੰਦੂਆਂ ਨਾਲੋਂ ਇੰਨਾ ਪਾੜਾ ਪਾ ਚੁੱਕੇ ਜੈਨੀ ਤੇ ਬੋਧੀ ਹਿੰਦੂ ਧਰਮ ਵਿੱਚ ਵਿਲੀਨ ਹੋ ਚੁੱਕੇ ਹਨ, ਤਾਂ ਸਿੱਖਾਂ ਨੂੰ ਸਿਰਫ ਕਿਰਪਾਨ ਹੀ ਵੱਖਰੀ ਪਛਾਣ ਦੇ ਕੇ ਅਲੱਗ ਰੱਖਦੀ ਸੀ। ਸਿੱਖ ਤੇ ਹਿੰਦੂ ਦੇ ਦਰਮਿਆਨ ਕਿਰਪਾਨ ਹੀ ਇੱਕ ਦੀਵਾਰ ਸੀ ਜਿਹੜੀ ਢਹਿ ਗਈ ਹੈ। ਹੁਣ ਸਿੱਖ ਦਾੜੀਆਂ ਕਰਕੇ ਹਿੰਦੂਆਂ ਨਾਲੋਂ ਵੱਖਰੇ ਨਹੀਂ ਅਖਵਾ ਸਕਣਗੇ, ਕਿਉਂਕਿ ਦਾੜੀਆਂ ਤਾਂ ਵਿਸ਼ਵ ਹਿੰਦੂ ਪਰਿਸ਼ਦ ਦੇ ਕਈ ਕੱਟੜ ਬ੍ਰਾਹਮਣਾਂ ਦੀਆਂ ਵੀ ਹਨ। ਕਈਆਂ ਦੀਆਂ ਦਾੜੀਆਂ ਤਾਂ ਸਿੱਖਾਂ ਦੀਆਂ ਦਾੜੀਆਂ ਨਾਲੋਂ ਵੀ ਲੰਮੀਆਂ ਹਨ। ਹੁਣ ਸਿੱਖਾਂ ਦੇ 5 ਕਕਾਰਾਂ ਵਿੱਚੋਂ ਇੱਕ ਕਕਾਰ ਖੁੱਸ ਗਿਆ ਹੈ, ਪਰ ਕਿਸੇ ਵੀ ਸਿੱਖ ਨੇ ਚਿੰਤਾ ਨਹੀਂ ਕੀਤੀ। ਹੁਣ ਜਦੋਂ ਦਿਨੋਂ ਦਿਨ ਇੱਕ ਦੂਜੇ ਕਕਾਰ ਕੇਸ ਖੁੱਸ ਰਹੇ ਹਨ, ਤਾਂ ਹਰ ਸਿੱਖ ਚਿੰਤਾ ਕਰ ਰਿਹਾ ਹੈ, ਪਰ ਇਹ ਕਿਉਂ ਨਹੀਂ ਸੋਚਦੇ ਕਿ 5 ਕਕਾਰ ਹੀ ਸਿੱਖੀ ਲਈ ਜ਼ਰੂਰੀ ਹਨ। ਕੁਝ ਸਾਲ ਪਹਿਲਾਂ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਸਾਹਿਬ ਆਪਣੀ ਵਿਦੇਸ਼ ਯਾਤਰਾ ਤੇ ਚੱਲੇ ਤਾਂ ਉਹਨਾਂ ਨਾਲ ਕੀ ਬੀਤੀ, ਇਹ ਗੱਲ ਉਹਨਾਂ ਦੇ ਸਾਥੀਆਂ ਨੇ ਦਿੱਲੀੋਂ ਆ ਕੇ ਲੋਕਾਂ ਨੂੰ ਦੱਸੀ। ਵੱਡੀ ਕਿਰਪਾਨ ਤਾਂ ਜਥੇਦਾਰ ਸਾਹਿਬ ਘਰ ਹੀ ਲਾ ਗਏ ਸਨ, ਪਰ ਨਿੱਕੀ ਕਿਰਪਾਨ ਨੂੰ ਜਦੋਂ ਹਵਾਈ ਅੱਡੇ ਤੇ ਲਾਉਣ ਲਈ ਕਿਹਾ ਗਿਆ ਤਾਂ ਉਹਨਾਂ ਨੇ ਸੰਵਿਧਾਨ ਦਾ ਹਵਾਲਾ ਦਿੱਤਾ। ਅੱਗੋਂ DSP ਨੇ ਕਿਹਾ, ऐसी बातें तो किताबों में लिखी रहती हैं, उनको कौन पूछता है। किताबों में तो लिखा हुआ है कि भारत सारी दुनिया में अच्छा है, लेकिन आप देखते नहीं सभी भारतीय लोग बाहर भागे जा रहे हैं, जैसे यहाँ आग लग गई हो। किताबों में तो यह भी लिखा हुआ है कि ईमानदारी से कर भाव टैक्स दो, रिश्वत नहीं लो, तो क्या ये लिखा हुआ लोग मान लेते हैं। आप ये कर्ज मुझे दे दो, मैं यहाँ रख लेता हूँ, विदेश से आके ले जाना मैं तो यहीं कर सकता हूँ। एक तरीका और है, आप हवाई जहाज को छोड़िए, समुद्री जहाज पर चले जाइए, वहाँ आपको ये छुरी साथ जाने को कोई मना नहीं करेगा। वहाँ तो क्विंटलों के हिसाब लोहा पड़ा होता है। कहते हैं ਇਸ ਸੁੰਦਰ ਵਾਰਤਾਲਾਪ ਤੋਂ ਬਾਅਦ ਸਿੰਘ ਸਾਹਿਬ ਨੇ ਗਾਤਰੇ ਵਾਲੀ ਕਿਰਪਾਨ ਲਾ ਕੇ ਚੁੱਪਚਾਪ ਆਪਣੇ ਸਾਥੀ ਨੂੰ ਫੜਾ ਦਿੱਤੀ, ਜਿਸ ਨੇ ਵਾਪਸ ਪਟਿਆਲੇ ਆਉਣਾ ਸੀ। ਕਿਰਪਾਨ ਦਾ ਹੱਕ ਤਾਂ ਖੁੱਸੇ, ਇਹ ਧਾਰਮਿਕ ਮਸਲਾ ਸੀ। ਸਾਰੇ ਤਖਤਾਂ ਦੇ ਜਥੇਦਾਰਾਂ ਤੇ ਆਪਣੇ ਆਪ ਨੂੰ ਰੱਬ ਨੂੰ ਪਹੁੰਚੇ ਹੋਏ ਹੋਣ ਦਾ ਦਾਅਵਾ ਕਰਨ ਵਾਲੇ ਸਾਧਾਂ ਨੂੰ ਚਾਹੀਦਾ ਸੀ ਕਿ ਉਹ ਇਸ ਵਿਸ਼ੇ ਤੇ ਆਪਣੇ ਵਿਚਾਰ ਪ੍ਰਗਟਾਉਂਦੇ ਤੇ ਸਗੋਂ ਮਾਨ ਸਾਹਿਬ ਦੀ ਹਮਾਇਤ ਉੱਤੇ ਆਉਂਦੇ, ਪਰ ਸਾਰਿਆਂ ਨੇ ਹੀ ਮੂੰਹ ਵਿੱਚ ਘੁੰਗਣੀਆਂ ਪਾ ਲਈਆਂ ਤੇ ਇੱਕ ਸ਼ਬਦ ਵੀ ਨਾ ਬੋਲੇ। ਸਰਕਾਰ ਕੋਲੋਂ ਡਰਦੇ ਇਹ ਇੱਕ ਸ਼ਬਦ ਵੀ ਮੂੰਹ ਵਿੱਚੋਂ ਕੱਢਣ ਲਈ ਤਿਆਰ ਨਾ ਹੋਏ। ਡਰ ਤਾਂ ਇਹਨਾਂ ਤੇ ਇੰਨਾ ਭਾਰੂ ਸੀ ਕਿ 1984 ਵਿੱਚ ਅਕਾਲ ਤਖਤ ਦੇ ਜਥੇਦਾਰ ਕਿਰਪਾਲ ਸਿੰਘ ਨੇ ਲੋਕਾਂ ਨੂੰ ਆਪਣੇ ਸੰਬੋਧਨ ਵਿੱਚ ਇਹ ਆਖਣ ਦੀ ਥਾਂ ਕਿ ਅਕਾਲ ਤਖਤ ਢਾਹ ਦਿੱਤਾ ਗਿਆ ਹੈ, ਸਗੋਂ ਇਹ ਕਹਿ ਕੇ ਗੁੰਮਰਾਹ ਕੀਤਾ ਕਿ ਕੋਠਾ ਸਾਹਿਬ ਠੀਕ ਠਾਕ ਹੈ। ਲੋਕਾਂ ਨੂੰ ਉਦੋਂ ਇਹ ਕੋਈ ਪਤਾ ਨਹੀਂ ਸੀ ਹੁੰਦਾ ਕਿ ਅਕਾਲ ਤਖਤ ਦੇ ਕਿਹੜੇ ਭਾਗ ਨੂੰ ਕੋਠਾ ਸਾਹਿਬ ਕਹਿੰਦੇ ਹਨ। ਸਿੱਖਾਂ ਕੋਲੋਂ ਹੁਣੇ ਹੀ ਨਿਸ਼ਚਿਤ ਰੂਪ ਵਿੱਚ ਜਾਣ ਲੈਣਾ ਚਾਹੀਦਾ ਹੈ ਕਿ ਕੀ ਉਹ ਆਪਣਾ ਵੱਖਰਾ ਦੇਸ਼ ਚਾਹੁੰਦੇ ਹਨ, ਜਿਸ ਵਿੱਚ ਉਹਨਾਂ ਦਾ ਬਹੁਮਤ ਹੋਵੇ। ਜੇ ਉਹਨਾਂ ਦਾ ਇਹ ਖਾਸ਼ ਹੋਵੇ ਤਾਂ ਸ਼ਰਨਾਰਥੀਆਂ ਨੂੰ ਹੁਣੇ ਹੀ ਇਸ ਢੰਗ ਨਾਲ ਵਸਾਇਆ ਜਾਵੇ ਕਿ ਉਹਨਾਂ ਦੀ ਇਹ ਇੱਛਾ ਪੂਰੀ ਹੋ ਸਕੇ। ਜੇ ਸਿੱਖ ਭਾਰਤ ਦੇ ਨਾਗਰਿਕਾਂ ਦੇ ਰੂਪ ਵਿੱਚ ਰਹਿਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਸਪਸ਼ਟ ਰੂਪ ਵਿੱਚ ਸਮਝਾ ਦੇਣਾ ਚਾਹੀਦਾ ਹੈ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਵੀ ਵਿਧਾਨਕ ਜਾਂ ਪ੍ਰਸ਼ਾਸਕੀ ਵਿਸ਼ੇਸ਼ ਅਧਿਕਾਰ ਪ੍ਰਾਪਤ ਨਹੀਂ ਹੋਣਗੇ। ਸਾਂਝੇ ਚੁਣਾਵ ਹਲਕਿਆਂ ਦੇ ਅਧੀਨ ਉਹਨਾਂ ਨੂੰ ਹਿੰਦੂਆਂ ਦੇ ਨਾਲ ਰਹਿ ਕੇ ਉਹਨਾਂ ਦੇ ਦੁੱਖ ਸੁੱਖ ਵੰਡਣੇ ਹੋਣਗੇ। ਇਸ ਦਾ ਉੱਤਰ ਦਿੰਦੇ ਹੋਏ ਪੰਡਿਤ ਨਹਿਰੂ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਇੱਕ ਦਿਨ ਪਹਿਲਾਂ ਹੀ ਉਹਨਾਂ ਨੂੰ ਮਿਲੇ ਸਨ
ਉਹਨਾਂ ਨੇ ਸਿੱਖ ਆਗੂ ਨੂੰ ਇਹ ਪੁੱਛਿਆ ਸੀ ਕਿ ਕੀ ਉਹਨਾਂ ਦਾ ਭਾਈਚਾਰਾ ਖਾਲਿਸਤਾਨ ਚਾਹੁੰਦਾ ਹੈ। ਪੰਡਿਤ ਨਹਿਰੂ ਨੇ ਕਿਹਾ ਕਿ ਇਸ ਗੱਲ ਤੇ ਮਾਸਟਰ ਤਾਰਾ ਸਿੰਘ ਦਾ ਮੂੰਹ ਉਤਰ ਗਿਆ। ਸਿੱਖ ਆਗੂ ਨੇ ਬਹੁਤ ਦ੍ਰਿੜਤਾ ਨਾਲ ਕਿਹਾ ਕਿ ਸਿੱਖ ਖਾਲਿਸਤਾਨ ਕਤਈ ਨਹੀਂ ਚਾਹੁੰਦੇ। ਉਹ ਘੱਟ ਗਿਣਤੀ ਦੇ ਲੋਕ ਹਨ ਤੇ ਝਗੜਾ ਮੁੱਲ ਨਹੀਂ ਲੈਣਾ ਚਾਹੁੰਦੇ। ਉਹ ਭਾਰਤ ਦੇ ਨਾਗਰਿਕਾਂ ਦੀ ਤਰ੍ਹਾਂ ਹਿੰਦੂਆਂ ਨਾਲ ਭਰਾ ਬਣ ਕੇ ਰਹਿਣਾ ਚਾਹੁੰਦੇ ਹਨ। ਦੁਰਗਾ ਦਾਸ, इंचार्ज मुड़ वसाऊ विभाग, भारत सरकार। करजन से नेहरू और उसके पश्चात, सफ़ा 283। इस भाग लिए इन्ना जी। वाहिगुरू जी का खालसा, वाहिगुरू जी की फतेह।